ਭਾਗਾ ਵਾਲੇ ਹੋ। ਸਾਹਿਬਾਂ ਦੀ ਗੋਦ ਵਿੱਚ ਬੈਠ ਕੇ ਅੰਮ੍ਰਿਤ ਰਸ ਪੀ ਰਹੇ ਹੋ। ਇਸ ਮੌਨ ਸਰੋਵਰ ਤੇ ਬੈਠ ਕੇ ਹੰਸਾਂ ਦੀ ਨਿਆਈ ਮੋਤੀ ਚੁਗ ਰਹੇ ਹੋ। ਮਾਲਕ ਦੀ ਅਪਾਰ ਕਿਰਪਾ ਬਖਸ਼ਿਸ਼ ਹੈ। ਅੱਜ ਉਸ ਪਿਆਰੇ ਦੇ ਪਿਆਰ ਵਿੱਚ ਭਿੱਜ ਬੈਠੇ ਹਾਂ। ਉਸ ਮਾਲਕ ਦੇ ਰੰਗ ਵਿੱਚ ਰੰਗੇ ਹਾਂ। ਅੱਜ ਉਸ ਰਾਹ ਤੇ ਤੁਰ ਰਹੇ ਹਾਂ ਜਿਸ ਰਾਹ ਤੇ ਤੁਰਿਆਂ ਜੀਵ ਆਬਾਦ ਹੋ ਜਾਂਦਾ। ਇਹ ਰਾਹ ਰੱਬ ਦਾ ਰਾਹ ਹੈ। ਜਿਹੜਾ ਇਸ ਰਾਹ ਤੇ ਤੁਰ ਪੈਂਦਾ ਆਬਾਦ ਹੋ ਜਾਂਦਾ। ਜਿਹੜਾ ਕੁਰਾਏ ਪੈ ਜਾਂਦਾ ਬਰਬਾਦ ਹੋ ਜਾਂਦਾ। ਜਿਹੜਾ ਉਸ ਮਾਲਕ ਦੇ ਪਿਆਰ ਵਿੱਚ ਭਿੱਜ ਜਾਂਦਾ ਆਬਾਦ ਹੋ ਜਾਂਦਾ। ਜਿਹੜਾ ਦੁਨੀਆ ਦੀਆਂ ਪ੍ਰੀਤਾਂ ਵਿੱਚ ਖੱਚਤ ਹੋ ਜਾਂਦਾ ਬਰਬਾਦ ਹੋ ਜਾਂਦਾ। ਜਿਹੜਾ ਮਾਲਕ ਦੇ ਰੰਗ ਵਿੱਚ ਰੰਗਿਆ ਰਹਿੰਦਾ ਆਬਾਦ ਹੋ ਜਾਂਦਾ। ਜਿਹੜਾ ਦੁਨੀਆ ਦੇ ਰੰਗਾਂ ਵਿੱਚ ਖੱਚਤ ਹੋ ਜਾਂਦਾ ਬਰਬਾਦ ਹੋ ਜਾਂਦਾ। ਇਹੋ ਹੀ ਸਮਾਂ ਹੈ ਆਬਾਦ ਹੋਣ ਦਾ, ਇਹੋ ਹੀ ਸਮਾਂ ਬਰਬਾਦ ਹੋਣ ਦਾ। ਕਿਉਂਕਿ ਬਚਪਨਾ ਤਾਂ ਕਈ ਵਾਰ ਖੇਡਾਂ ਵਿੱਚ ਬਤੀਤ ਹੋ ਜਾਂਦਾ, ਨਾ ਸਮਝੀ ਵਿੱਚ ਹੀ ਸਮਾਂ ਲੰਘ ਜਾਂਦਾ। ਤੇ ਮਾਫ਼ ਕਰਨਾ, ਬਿਰਧ ਅਵਸਥਾ ਵੀ ਕਈ ਵਾਰ ਆਪਣੇ ਆਪ ਨੂੰ ਸੰਭਾਲਣ ਵਿੱਚ ਹੀ ਲੰਘ ਜਾਂਦੀ ਹੈ। ਇੱਕ ਉਮਰਾਂ ਇਹ ਹੁੰਦੀ ਹੈ ਜਿਸ ਉਮਰਾਂ ਵਿੱਚ ਜੀਵ ਆਬਾਦ ਵੀ ਹੋ ਸਕਦਾ ਹੈ, ਬਰਬਾਦ ਵੀ ਹੋ ਸਕਦਾ ਹੈ। ਪਰ ਆਓ ਇਹ ਅਸਾਂ ਵਿਚਾਰ ਕਰਨੀ ਹੈ ਕਿ ਆਬਾਦ ਦਾ ਰਾਹ ਕਿਹੜਾ ਹੈ, ਬਰਬਾਦ ਦਾ ਰਾਹ ਕਿਹੜਾ ਹੈ। ਅੱਜ ਜਦ ਅਸੀਂ ਇਸ ਰਾਹ ਤੇ ਤੁਰ ਪਾਵਾਂਗੇ ਤੇ ਸਤਿਗੁਰ ਕਿਰਪਾ ਕਰੇਗਾ, ਸਾਡੀ ਆਉਣ ਵਾਲੀ ਨਸਲ, ਆਉਣ ਵਾਲੇ ਬੱਚੇ ਉਸ ਰਾਹ ਤੇ ਤੁਰ ਕੇ ਆਪਣਾ ਜੀਵਨ ਖੁਸ਼ੀਆਂ ਨਾਲ ਬਤੀਤ ਕਰ ਸਕਣਗੇ। ਜਦੋਂ ਉਹ ਬੱਚੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਨਾਲ ਜੁੜ ਜਾਣਗੇ, ਅਸੀਂ ਉਹਨਾਂ ਬੱਚਿਆਂ ਨੂੰ ਤੱਕਾਂਗੇ ਤੇ ਸਾਡਾ ਮਨ ਵੀ ਖੁਸ਼ ਵਿੱਚ ਮਹਿਸੂਸ ਕਰੇਗਾ ਕਿ ਸ਼ੁਕਰ ਹੈ ਮਾਲਕ ਦਾ, ਕੋਈ ਦਿਨ ਆਇਆ ਅਸੀਂ ਵੀ ਇਸ ਰਾਹ ਤੇ ਤੁਰੇ, ਆਪਣੇ ਬੱਚਿਆਂ ਨੂੰ ਜੋੜ ਦਿੱਤਾ। ਬਸ ਜਿਹੜੇ ਜੁੜ ਜਾਂਦੇ ਹਨ ਫਿਰ ਰੰਗ ਚੜ੍ਹ ਜਾਂਦਾ ਹੈ, ਮਾਲਕ ਬਖਸ਼ਿਸ਼ ਕਰ ਦਿੰਦਾ ਹੈ, ਕੋਈ ਬਾਤ ਫਿਰ ਊਣੀ ਨਹੀਂ ਰਹਿਣ ਦਿੰਦਾ। ਅੱਜ ਦਾ ਵੀ ਮਨੋਰਥ ਇਹੋ ਹੈ, ਸਤਿਗੁਰਾਂ ਦੇ ਚਰਨਾਂ ਵਿੱਚ ਇਹੋ ਹੀ ਅਰਦਾਸ ਕਰਨੀ, ਸਤਿਗੁਰ ਕਿਰਪਾ ਕਰੇ, ਆਪਣੇ ਬਿਰਧ ਬਾਣੇ ਦੀ ਲਾਜ ਰੱਖੇ, ਸਾਨੂੰ ਚਰਨਾਂ ਨਾਲ ਜੋੜ ਲਵੇ। ਆਓ ਭਾਈ, ਅੱਜ ਜਿੱਥੇ ਇਹ ਪਰਿਵਾਰ ਤੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਸਰਦਾਰ ਗੁਰਦਿਆਲ ਸਿੰਘ ਜੀ ਤੂਰ ਪਰਿਵਾਰ, ਅਖੰਡ ਪਾਠ ਸਾਹਿਬਾਂ ਦੇ ਭੋਗ ਪਏ ਹਨ। ਉੱਥੇ ਆਪ ਸੰਗਤ ਅੱਜ ਸਤਿਗੁਰਾਂ ਦੇ ਚਰਨਾਂ ਵਿੱਚ ਜੁੜ ਕੇ ਸਤਿਗੁਰਾਂ ਦੀ ਬਖਸ਼ਿਸ਼ ਹਾਸਲ ਕਰ ਰਹੇ ਹੋ। ਆਓ ਸੇਵਾ ਚਾਹੇ ਇਸ ਪਰਿਵਾਰ ਨੇ ਕੀਤੀ, ਚਾਹੇ ਆਪ ਸੰਗਤ ਅੱਜ ਜੁੜ ਕੇ ਤਨ ਕਰਕੇ, ਮਨ ਕਰਕੇ, ਧਨ ਕਰਕੇ ਸੇਵਾ ਕਰ ਰਹੇ ਹੋ। ਪਰ ਸਾਹਿਬ ਕਹਿੰਦੇ ਹਨ, ਸੇਵਾ ਤਾਂ ਪ੍ਰਵਾਨ ਹੈ, ਪਰ ਕਿਹੜੀ ਸੇਵਾ ਪ੍ਰਵਾਨ ਹੈ? ਹਰੇਕ ਸੇਵਾ ਪ੍ਰਵਾਨ ਹੈ ਜਾਂ ਸਾਹਿਬਾਂ ਨੇ ਕਿਸੇ ਖਾਸ ਸੇਵਾ ਤੇ ਬਚਨ ਕਿਹਾ? ਆਓ ਗੁਰੂ ਅਮਰਦਾਸ ਪਾਤਸ਼ਾਹ ਦਾ ਇਹ ਬਚਨ ਵਿਚਾਰ ਕਰ ਲਈਏ। ਸਾਹਿਬ ਬਚਨ ਕਹਿੰਦੇ ਹਨ, ਸਾ ਸੇਵਾ ਕੀਤੀ ਸਫਲ ਹੈ। ਕਿਹੜੀ ਸੇਵਾ? ਜਿਤ ਸਤਿਗੁਰ ਕਾ ਮਨ ਮੰਨੇ। ਆਓ ਵਿਚਾਰ ਕਰ ਲਈਏ, ਗੁਰੂ ਦਾ ਮਨ ਕਿਹੜੀ ਸੇਵਾ ਤੇ ਮੰਨ ਜਾਂਦਾ ਹੈ? ਕਿਹੜੀ ਸੇਵਾ ਗੁਰੂ ਨੂੰ ਪਾਉਂਦੀ? ਸਤਿਗੁਰਾਂ ਦਾ ਬਚਨ ਆਓ ਇੱਕ ਵਾਰ ਇਹਨਾਂ ਤੁਕਾਂ ਨੂੰ ਪਿਆਰ ਨਾਲ ਪੜ੍ਹ ਲਈਏ। ਸਾ ਸੇਵਾ ਕੀਤੀ ਸਫਲ ਹੈ, ਸਾ ਸੇਵਾ ਕੀਤੀ ਸਫਲ ਹੈ। ਜਿਤ ਸਤਿਗੁਰ ਕਾ ਮਨ ਮੰਨੇ, ਸਤਿਗੁਰ ਕਾ ਮਨ ਮੰਨੇ। ਜਿਤ ਸਤਿਗੁਰ ਕਾ ਮਨ ਮੰਨੇ, ਸਤਿਗੁਰ ਕਾ ਮਨ ਮੰਨੇ। ਸਾ ਸੇਵਾ ਕੀਤੀ ਸਫਲ ਹੈ, ਸਾ ਸੇਵਾ ਕੀਤੀ ਸਫਲ ਹੈ।
सतगुर का मन मन्निया। जा सतगुर का मन मन्निया, ता पाप कसंबल पन्ने। ता पाप कसंबल भन्ने। सा सेवा कीती सफल है, सा सेवा कीती सफल है। जित सतगुर का मन मन्ने, सतगुर का मन मन्ने, सतगुर का मन मन्ने, सतगुर का मन मन्ने। सा सेवा कीती सफल है, सा सेवा कीती सफल है। उपदेश जे दिता सतगुरु, उपदेश जे दिता सतगुरु। सो सुनिया सिखी कन्ने, सो सुनिया सिखी कन्ने। सा सेवा कीती सफल है, सा सेवा कीती सफल है। जित सतगुर का मन मन्ने, सतगुर का मन मन्ने, जित सतगुर का मन मन्ने, सतगुर का मन मन्ने। सा सेवा कीती सफल है, सा सेवा कीती सफल है। जिन सतगुर का पाना मन्निया, जिन सतगुर का पाना मन्निया, तिन चढ़ी चवगण वन्ने। तिन चढ़ी चवगण वन्ने। सा सेवा कीती सफल है, सा सेवा कीती सफल है। जित सतगुर का मन मन्ने, सतगुर का मन मन्ने, जित सतगुर का मन मन्ने, सतगुर का मन मन्ने। सा सेवा कीती सफल है, सा सेवा कीती सफल है। सतनाम वाहेगुरु, सतनाम वाहेगुरु, सतनाम वाहेगुरु, सतनाम वाहेगुरु, सतनाम वाहेगुरु, सतनाम
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਸੇਵਾ ਕੀਤੀ ਸਫਲ ਹੈ, ਸਾ ਸੇਵਾ ਕੀਤੀ ਸਫਲ ਹੈ। ਇਹ ਚਾਲ ਨਿਰਾਲੀ ਗੁਰਮੁਖੀ, ਇਹ ਚਾਲ ਨਿਰਾਲੀ ਗੁਰਮੁਖੀ। ਗੁਰ ਦੀਖਿਆ ਸੁਣ ਮਨ ਭਿੰਨੇ, ਗੁਰ ਦੀਖਿਆ ਸੁਣ ਮਨ ਭਿੰਨੇ। ਸਾ ਸੇਵਾ ਕੀਤੀ ਸਫਲ ਹੈ। ਜਪੋ ਸੇਵਾ ਕੀਤੀ ਸਫਲ ਹੈ। ਜਿਤ ਸਤਿਗੁਰ ਕਾ ਮਨ ਮੰਨੇ, ਸਤਿਗੁਰ ਕਾ ਮਨ ਮੰਨੇ। ਜਿਤ ਸਤਿਗੁਰ ਕਾ ਮਨ ਮੰਨੇ, ਸਤਿਗੁਰ ਕਾ ਮਨ ਮੰਨੇ। ਸਾ ਸੇਵਾ ਕੀਤੀ ਸਫਲ ਹੈ, ਸਾ ਸੇਵਾ ਕੀਤੀ ਸਫਲ ਹੈ। ਸਾ ਸੇਵਾ ਕੀਤੀ ਸਫਲ ਹੈ, ਸਾ ਸੇਵਾ ਕੀਤੀ ਸਫਲ ਹੈ। ਜਿਤ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮੰਨਿਆ। ਤਾਂ ਪਾਪ ਕਸੰਬਲ ਪੰਨੇ, ਤਾਂ ਪਾਪ ਕਸੰਬਲ ਪੰਨੇ। ਸਾ ਸੇਵਾ ਕੀਤੀ ਸਫਲ ਹੈ। ਇੱਕ ਸਤਿਗੁਰ ਕੀ ਸੇਵਾ ਗਾਖੜੀ, ਸਿਰ ਦੀਜੇ ਆਪ ਗਵਾਏ। ਇੱਕ ਸਤਿਗੁਰ ਕੀ ਸੇਵਾ ਗਾਖੜੀ, ਸਿਰ ਦੀਜੇ ਆਪ ਗਵਾਏ। ਸ਼ਬਦ ਮਰੇ ਫਿਰ ਨਾ ਮਰੇ, ਸੇਵਾ ਪਵੇ ਸਭ ਥਾਂ, ਸੇਵਾ ਪਵੇ ਸਭ ਥਾਂ। ਸਾ ਸੇਵਾ ਕੀਤੀ ਸਫਲ ਹੈ। ਇੱਕ ਸਤਿਗੁਰ ਕੀ, ਇੱਕ ਸਤਿਗੁਰ ਕੀ ਸੇਵਾ ਕਰੇ ਚਾਕਰੀ। ਹਰ ਨਾਮੇ ਨਾਲ ਪਿਆ, ਹਰ ਨਾਮੇ ਨਾਲ ਪਿਆ। ਨਾਨਕ ਜਨਮ ਸਵਾਰਣ ਆਪਣਾ, ਕੁਲ ਕਾ ਕਰਨ ਉਧਾਰ, ਕੁਲ ਕਾ ਕਰਨ ਉਧਾਰ। ਸਾ ਸੇਵਾ ਕੀਤੀ ਸਫਲ ਹੈ, ਸਾ ਸੇਵਾ ਕੀਤੀ ਸਫਲ ਹੈ। ਜਿਤ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮੰਨਿਆ। ਤਾਂ ਪਾਪ ਕਸੰਬਲ ਪੰਨੇ, ਸਾ ਸੇਵਾ ਕੀਤੀ ਸਫਲ ਹੈ। ਦਾਤਾ ਉਹ ਨਾ ਮੰਗੀਏ, ਫਿਰ ਮੰਗਣ ਜਾਈਏ। ਹੋਛਾ ਸ਼ਾਹੋ ਨਾ ਕੀਤੀ, ਫਿਰ ਪਛੋਤਾਈਏ। ਸਾਹਿਬ ਉਹ ਨਾ ਸੇਵੀਏ, ਜਮ ਡੰਡ ਸਹਾਈਏ। ਸਾਹਿਬ ਉਹ ਨਾ ਸੇਵੀਏ,
ਜਮ ਡੰਡ ਸਹਾਈਏ। ਜਿਸ ਦੀ ਸੇਵਾ ਕੀਤੀ ਫਿਰ ਲੇਖਾ ਮੰਗੀਏ। ਸਾ ਸੇਵਾ ਔਖੀ ਹੋਈ, ਸਾ ਸੇਵਾ ਔਖੀ ਹੋਈ। ਨਾਨਕ ਸੇਵਾ ਕਰੋ ਸਫਲ ਹਰ ਗੁਰ ਦਰਸ਼ਨ ਕੀ। ਫਿਰ ਲੇਖਾ ਮੰਗੇ ਨ ਕੋਈ, ਫਿਰ ਲੇਖਾ ਮੰਗੇ ਨ ਕੋਈ। ਸਾ ਸੇਵਾ ਕੀਤੀ ਸਫਲ ਹੈ। सतगुर की सेवा सफल है। जे को करे चितला मन चिंदिया फल पावना। हो मैं विचों जा बंधन तोड़े मुक्त होए। सच्चे रहे समा इस जग में नाम अलग है। गुरमुख वसे मन आ नानक जो गुर सेवे अपना। तिन बलिहारे जा, तिन बलिहारे जा। सा सेवा कीती सफल है। हस्ती सिर जो अंक सहे, अहरण जो सिर दे, अहरण जो सिर दे। मन तन आगे रख के उबी सेव करे, उबी सेव करे। क्यों गुरमुख आप निवारिए। सब राज सृष्ट काले, सब राज सृष्ट काले। सा सेवा कीती सफल है। सा सेवा कीती सफल है। जित सतगुर का मन मन्ने, जा सतगुर का मन मन्निया। ता पाप कसंबल पन्ने, ता पाप कसंबल पन्ने। सा सेवा कीती सफल है। ये शब्द ਸਾਹਿਬ ਧੰਨ ਗੁਰੂ ਅਮਰਦਾਸ ਪਾਤਸ਼ਾਹ ਦਾ ਉਚਾਰਨ ਕੀਤਾ। ਸਾਹਿਬ ਆਪਣੀ ਬਾਣੀ ਵਿੱਚ ਇੱਕ ਬਚਨ ਕਹਿੰਦੇ, ਸਾ ਸੇਵਾ ਕੀਤੀ ਸਫਲ ਹੈ। ਜਿਤ ਸਤਿਗੁਰ ਕਾ ਮਨ ਮੰਨੈ। ਗੁਰੂ ਨਾਨਕ ਦੇ ਘਰ ਦੀ ਸੇਵਾ ਤਾਂ ਕਦੇ ਵਿਅਰਥ ਨਹੀਂ ਜਾਂਦੀ। ਕੋਈ ਵੀ ਬੀਜ ਬੋਲਿਆ ਜਾਵੇ, ਸਮਾਂ ਤਾਂ ਲੱਗ ਸਕਦਾ ਹੈ, ਪਰ ਆਖਰ ਪ੍ਰਫੁੱਲਤ ਹੋ ਜਾਂਦਾ, ਕਿਉਂਕਿ ਬੀਜ ਬੋਇਆ ਗਿਆ। ਤੇ ਇਸ ਗੁਰੂ ਨਾਨਕ ਦੇ ਘਰ ਵਿੱਚ ਜੇ ਸੇਵਾ ਦਾ ਬੀਜ ਬੋਇਆ ਜਾਵੇ, ਉਹ ਵੀ ਪ੍ਰਫੁੱਲਤ ਹੋ ਜਾਂਦਾ। ਨਾਮ ਦਾ ਬੀਜ ਬੋਇਆ ਜਾਵੇ, ਉਹ ਵੀ ਪ੍ਰਫੁੱਲਤ ਹੋ ਜਾਂਦਾ। ਸੇਵਾ ਤਾਂ ਕਦੇ ਵਿਅਰਥ ਨਹੀਂ ਜਾ ਸਕਦੀ। ਕੋਈ ਵੀ ਸੇਵਾ ਕੀਤੀ ਜਾਵੇ, ਤਨ ਕਰਕੇ, ਮਨ ਕਰਕੇ, ਧਨ ਕਰਕੇ, ਜੇ ਕੋਈ ਵੀ ਸੇਵਾ ਵਿਅਰਥ ਨਹੀਂ ਹੋ ਸਕਦੀ, ਤੇ ਫਿਰ ਗੁਰੂ ਅਮਰਦਾਸ ਪਾਤਸ਼ਾਹ ਨੇ ਇਹ ਬਚਨ ਕਿਉਂ ਕਰ ਦਿੱਤਾ ਹੈ, ਸਾ ਸੇਵਾ ਕੀਤੀ ਸਫਲ ਹੈ। ਉਹ ਸੇਵਾ ਸਫਲੀ ਜਿਹੜੀ ਸੇਵਾ ਤੇ ਸਤਿਗੁਰੂ ਦਾ ਮਨ ਮੰਨ ਜਾਵੇ, ਜਿਸ ਸੇਵਾ ਤੇ ਸਤਿਗੁਰੂ ਰੀਝ ਪਵੇ। ਇਸ ਦਾ ਮਤਲਬ ਕਿ ਹਰੇਕ ਸੇਵਾ ਪ੍ਰਵਾਨ ਵੀ ਨਹੀਂ, ਹਰੇਕ ਸੇਵਾ ਤੇ ਸਤਿਗੁਰੂ ਦਾ ਮਨ ਵੀ ਨਹੀਂ ਮੰਨਦਾ। ਫਰਕ ਪੈ ਗਿਆ ਨਾ। ਸਾਹਿਬਾਂ ਨੇ ਸ਼ਰਤ ਰੱਖ ਦਿੱਤੀ, ਸਾ ਸੇਵਾ। ਆਓ ਵਿਚਾਰ ਕਰ ਲਈਏ, ਉਹ ਸੇਵਾ ਕਿਹੜੀ? ਜਿਸ ਸੇਵਾ ਤੇ ਸਤਿਗੁਰੂ ਦਾ ਮਨ ਮੰਨ ਜਾਂਦਾ ਹੈ। ਕਈ ਵਾਰ ਜੀਵ ਹੈਰਾਨ ਹੁੰਦਾ ਹੈ, ਮੈਂ ਸੇਵਾ ਤਾਂ ਕੀਤੀ, ਪਤਾ ਨਹੀਂ ਮੇਰੀ ਸੇਵਾ ਪ੍ਰਵਾਨ ਹੋਈ ਵੀ ਹੈ ਕਿ ਨਹੀਂ, ਮੇਰੀ ਸੇਵਾ ਤੇ ਸਤਿਗੁਰੂ ਦਾ ਮਨ ਮੰਨਿਆ ਵੀ ਹੈ ਕਿ ਨਹੀਂ। ਪਰ ਆਓ ਗੁਰੂ ਅਮਰਦਾਸ ਪਾਤਸ਼ਾਹ ਨਾਲ ਜਵਾਬ ਵੀ ਦਿੰਦੇ,
ਜੇ ਸਵਾਲ ਕਰ ਦਿੱਤਾ, ਸਾ ਸੇਵਾ ਕੀਤੀ ਸਫਲ ਹੈ ਜਿਤ ਸਤਗੁਰ ਕਾ ਮਨ ਮੰਨੇ। ਤੇ ਸਾਹਿਬ ਜਵਾਬ ਦਿੰਦੇ ਹਨ, ਜਾਂ ਸਤਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਭਲ ਪੰਨੇ ਹੈ। ਐ ਗੁਰੂ ਕੇ ਸਿੱਖਾ, ਤੈਨੂੰ ਪਛਾਣ ਆਵੇਗੀ ਕਿ ਮੇਰੇ ਸਤਿਗੁਰੂ ਦਾ ਮਨ ਮੰਨ ਗਿਆ, ਮੇਰੀ ਸੇਵਾ ਕੀਤੀ ਪ੍ਰਵਾਨ ਹੋ ਗਈ ਹੈ, ਮੇਰੀ ਸੇਵਾ ਕੀਤੀ ਸਫਲੀ ਹੋ ਗਈ ਹੈ। ਉਹਦੀ ਨਿਸ਼ਾਨੀ ਕੀ ਹੈ? ਸਾਹਿਬ ਕਹਿੰਦੇ ਹਨ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਭਲ ਪੰਨੇ। ਤੇਰੇ ਕੀਤੇ ਪਾਪ ਤੇਰੇ ਕੋਲੋਂ ਨਸ ਜਾਣਗੇ, ਆਦੀਆਂ ਪਾਦੀਆਂ ਤੇਰੇ ਕੋਲੋਂ ਟਲ ਜਾਣਗੀਆਂ, ਤੇਰੇ ਘਰ ਵਿੱਚ ਖੁਸ਼ੀਆਂ ਤੇ ਖੇੜਾ ਆ ਜਾਵੇਗਾ। ਤੇ ਸਾਹਿਬ ਕਹਿੰਦੇ ਨੇ ਇੱਕ ਹੋਰ ਨਿਸ਼ਾਨੀ ਵੀ ਹੋਵੇਗੀ ਕਿ ਸਤਿਗੁਰੂ ਦੀ ਸੇਵਾ ਕੀਤੀ ਸਫਲੀ। ਉਹ ਨਿਸ਼ਾਨੀ ਕਿਹੜੀ? ਸਾਹਿਬ ਕਹਿੰਦੇ ਨੇ, ਜਦੋਂ ਤੂੰ ਮਿੱਟੀ ਨੂੰ ਹੱਥ ਪਾਵੇਂਗਾ ਉਹ ਵੀ ਸੋਨਾ ਬਣ ਜਾਵੇਗਾ। ਤੇ ਸਮਝ ਲਵੀਂ ਕਿ ਮੇਰੇ ਤੇ ਸਤਿਗੁਰੂ ਰੀਝ ਪਿਆ, ਮੇਰੀ ਸੇਵਾ ਪ੍ਰਵਾਨ ਹੋ ਗਈ ਹੈ, ਮੇਰੀ ਸੇਵਾ ਸਫਲੀ ਹੋ ਗਈ ਹੈ। ਪਰ ਆਓ ਸੇਵਾ, ਸਤਿਗੁਰੂ ਦੀ ਸੇਵਾ। ਸਾਹਿਬ ਕਹਿੰਦੇ ਉਹ ਸੇਵਾ ਕਰ ਜਿਸ ਸੇਵਾ ਕੀਤਿਆਂ ਦੁੱਖਾਂ ਕਲੇਸ਼ਾਂ ਦਾ ਨਾਸ ਹੋ ਜਾਵੇ, ਆਦੀਆਂ ਉਪਾਦੀਆਂ ਟਲ ਜਾਣ, ਜਮਾਂ ਤੋਂ ਵੀ ਛੁਟਕਾਰਾ ਹੋ ਜਾਵੇ, ਤੇਰੇ ਕੋਲੋਂ ਲੇਖਾ ਵੀ ਨਾ ਪੁੱਛਿਆ ਜਾਵੇ। ਉਸ ਮਾਲਕ ਦੀ ਸੇਵਾ ਕਰ। ਪਰ ਉਹ ਸੇਵਾ ਕਿਹੜੀ ਹੈ? ਆਓ ਜਰਾ ਵਿਚਾਰ ਕਰ ਲਈਏ। ਸਾਹਿਬ ਧੰਨ ਗੁਰੂ ਅਮਰਦਾਸ ਪਾਤਸ਼ਾਹ ਬਾਰ-ਬਾਰ ਇੱਕ ਬਚਨ ਕਹਿੰਦੇ ਹਨ। ਆਓ ਇਹਨਾਂ ਤੁਕਾਂ ਨੂੰ ਇੱਕ ਵਾਰ ਮਿਲ ਕੇ ਸਾਰੇ ਪੜ੍ਹ ਲਈਏ। ਸਾ ਸੇਵਾ ਕੀਤੀ ਸਫਲ ਹੈ, ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ, ਸਤਿਗੁਰ ਕਾ ਮਨ ਮੰਨੇ, ਜਿਤ ਸਤਿਗੁਰ ਕਾ ਮਨ ਮੰਨੇ, ਸਤਿਗੁਰ ਕਾ ਮਨ ਮੰਨੇ। ਸਾ ਸੇਵਾ ਕੀਤੀ ਸਫਲ ਹੈ, ਸਾ ਸੇਵਾ ਕੀਤੀ ਸਫਲ ਹੈ। ਸਾਹਿਬ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਹਰਮੰਦਰ ਸਾਹਿਬ ਅੰਮ੍ਰਿਤ ਸਰੋਵਰ ਦੀ ਕਾਰ ਸੇਵਾ ਕਰਵਾ ਰਹੇ। ਦੂਰੋਂ ਦੂਰੋਂ ਸੰਗਤਾਂ ਆ ਕੇ ਉਸ ਕਾਰ ਸੇਵਾ ਵਿੱਚ ਹਿੱਸਾ ਪਾ ਰਹੀ। ਕੋਈ ਤਨ ਕਰਕੇ, ਕੋਈ ਮਨ ਕਰਕੇ, ਕੋਈ ਤਨ ਕਰਕੇ ਸੇਵਾ ਕਰਦਾ ਹੈ। ਜਿੱਥੇ ਕੋਈ ਗੁਰੂ ਕਾ ਸਿੱਖ ਬੈਠਾ ਹੈ, ਕੰਨਾਂ ਵਿੱਚ ਆਵਾਜ਼ ਪੈਂਦੀ ਹੈ, ਮਨ ਵਿੱਚ ਚਾਹ ਪੈਦਾ ਹੋ ਜਾਂਦਾ ਹੈ। ਮਨਾ ਚਲੀਏ, ਚੱਲ ਗੁਰੂ ਕੇ ਦਰਬਾਰ ਵਿੱਚ ਸੇਵਾ ਕਰ ਲਈਏ। ਇੱਕ ਗੁਰੂ ਕਾ ਸਿੱਖ, ਕੰਨਾਂ ਵਿੱਚ ਆਵਾਜ਼ ਪਈ, ਮਨ ਵਿੱਚ ਚਾਹ ਪੈਦਾ ਹੋ ਗਿਆ। ਉਹਨੀ ਪੈਰੀ ਘਰ ਆਇਆ, ਘਰ ਵਾਲੀ ਨੂੰ ਕਹਿਣ ਲੱਗਾ ਕਿ ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਅੰਮ੍ਰਿਤ ਸਰੋਵਰ ਦੀ ਕਾਰ ਸੇਵਾ ਕਰਵਾ ਰਹੇ ਹਨ। ਧੰਨ ਭਾਗ ਸਾਡੇ ਜੇ ਅਸੀਂ ਚੱਲ ਕੇ ਸੇਵਾ ਕਰ ਲਈਏ, ਆਪਣਾ ਜਨਮ ਸਫਲਾ ਕਰ ਲਈਏ। ਮਨ ਵਿੱਚ ਚਾਹ ਪੈਦਾ ਹੈ। ਘਰ ਵਾਲੀ ਨੇ ਵੀ ਕਿਹਾ, ਸਾਈਂ ਜੀ ਚਲੋ ਦੇਰ ਨਾ ਲਾਈਏ, ਆ ਕਿਤੇ ਸੇਵਾ ਖੁੰਝ ਨਾ ਜਾਵੇ। ਤਿਆਰੀ ਹੋ ਗਈ। ਪਰ ਗੁਰੂ ਕਾ ਸਿੱਖ ਕਹਿਣ ਲੱਗਾ, ਜਿੱਥੇ ਤਨ ਕਰਕੇ ਸੇਵਾ ਕਰਾਂਗੇ, ਮਨ ਕਰਕੇ ਸੇਵਾ ਕਰਾਂਗੇ, ਉੱਥੇ ਧਨ ਕਰਕੇ ਵੀ ਜੇ ਸੇਵਾ ਹੋ ਜਾਵੇ ਤੇ ਇਹ ਤਿੰਨੋਂ ਸੇਵਾ ਸਾਡੀਆਂ ਪ੍ਰਵਾਨ ਹੋ ਜਾਣ, ਸਫਲੀਆਂ ਹੋ ਜਾਣ, ਤੱਕ ਘਰ ਵਿੱਚ ਕੋਈ ਪੈਸਾ ਟਕਾ ਹੋਵੇ, ਗੁਰੂ ਕੇ ਚਰਨਾਂ ਵਿੱਚ ਭੇਟਾ ਤਰਪਣ ਕਰ ਆਈਏ। ਸਤ ਬਚਨ ਕਿਹਾ। ਘਰ ਵਾਲੀ ਨੇ ਘਰ ਦੀ ਹਰ ਥਾਂ ਵੇਖੀ, ਕੋਈ ਪੈਸਾ ਟਕਾ ਮਿਲ ਜਾਵੇ, ਪਰ ਇਤਿਹਾਸ ਕਹਿੰਦਾ ਕੋਈ ਪੈਸਾ ਟਕਾ ਨਾ ਮਿਲੇ। ਜਦੋਂ ਘਰ ਵਾਲੀ ਨੇ ਹੱਥ ਜੋੜੇ, ਸਾਈਂ ਜੀ ਘਰ ਵਿੱਚ ਤਾਂ ਸੁੱਖ ਹੈ, ਭਾਵ ਕੁਝ ਮਿਲਿਆ ਨਹੀਂ। ਤੇ ਗੁਰਸਿੱਖ ਦੇ ਨੇਤਰਾਂ ਵਿੱਚੋਂ ਜਲ ਵਹਿਣ ਲੱਗ ਪਿਆ। ਐ ਸਤਿਗੁਰੂ, ਅਸੀਂ ਏਡੇ ਨਿਭਾਗੇ, ਸਾਡੇ ਘਰ ਵਿੱਚੋਂ ਇੱਕ ਪੈਸਾ ਵੀ ਨਾ ਮਿਲਿਆ। ਤੇਰੇ ਚਰਨਾਂ ਵਿੱਚ ਭੇਟਾ ਅਰਪਣ ਕਰ ਲੈਂਦੇ, ਸਾਡੀ ਭਾਵਨਾ ਪੂਰੀ ਹੋ ਜਾਂਦੀ, ਸਾਡੀ ਸੇਵਾ ਵੀ ਸਫਲੀ ਹੋ ਜਾਂਦੀ। ਮਨ ਭਰ ਗਿਆ। ਪਰ ਫਿਰ ਘਰ ਵਾਲੀ ਨੂੰ ਕਿਹਾ, ਤੱਕ ਝਾੜੂ ਦੇ, ਮਤਾ ਕੋਈ ਪੈਸਾ ਟਕਾ ਡਿੱਗਿਆ ਹੀ ਮਿਲ ਜਾਵੇ। ਸਤ ਬਚਨ ਕਿਹਾ,
ਝਾੜੂ ਦਿੱਤਾ ਹੈ, ਕੂੜਾ ਇਕੱਠਾ ਕੀਤਾ, ਉਸ ਕੂੜੇ ਵਿੱਚੋਂ ਤੱਕ ਰਹੀਏ ਕੋਈ ਪੈਸਾ ਟਕਾ ਮਿਲ ਜਾਵੇ। ਗੁਰੂ ਚਰਨਾਂ ਵਿੱਚ ਖਾਲੀ ਹੱਥ ਤਾਂ ਭੇਟਾ, ਖਾਲੀ ਹੱਥ ਤਾਂ ਮੱਥਾ ਨਾ ਟੇਕਿਆ ਜਾਵੇ, ਕੁਝ ਨਾ ਕੁਝ ਤਾਂ ਭੇਟਾ ਅਰਪਣ ਕੀਤੀ ਜਾਵੇ। ਪਰ ਕੂੜੇ ਵਿੱਚੋਂ ਤੱਕਿਆ ਤੇ ਕੀ, ਅੱਜ ਇੱਕ ਕੌਡੀ ਮਿਲ ਗਈ। ਜਦੋਂ ਕੌਡੀ ਮਿਲੀ, ਮਨ ਵਿੱਚ ਖੁਸ਼ੀ ਦੀ ਲਹਿਰ ਜਾਗ ਪਈ। ਕੌਡੀ ਨੂੰ ਪੂੰਝਿਆ, ਛੇਤੀ ਦੇਣੇ ਸਾਈਂ ਜੀ, ਸਾਡੇ ਧੰਨ ਭਾਗ, ਸਾਡੇ ਘਰੋਂ ਕੌਡੀ ਮਿਲ ਗਈ। ਤੇ ਗੁਰੂ ਕਾ ਸਿੱਖ ਚਾਵਾਂ ਵਿੱਚ ਕਹਿੰਦਾ, ਸੁਣਿਆ ਭਾਵਨੀ ਭਗਤ ਪਾਏ, ਕੌਡੀ ਅਗਰ ਭਾਗ ਰਾਖੇ, ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਸੁਣਿਆ ਗੁਰੂ ਨਾਨਕ ਦੇ ਘਰ ਤਾਂ ਕੌਡੀ ਵੀ ਪ੍ਰਵਾਨ ਹੈ। ਗੁਰੂ ਨਾਨਕ ਦੇ ਘਰ ਜਿਨ੍ਹਾਂ ਨੇ ਕੌਡੀ ਅਰਪਣ ਕਰ ਦਿੱਤੀ, ਸਤਿਗੁਰੂ ਉਹਨਾਂ ਦੀਆਂ ਵਿੱਚ ਝੋਲੀਆਂ ਭਰ ਦਿੰਦਾ ਹੈ। ਅੱਜ ਗੁਰੂ ਕਾ ਸਿੱਖ ਚਾਵਾਂ ਵਿੱਚ ਕੌਡੀ ਨੂੰ ਪੂੰਝਿਆ, ਪੱਗ ਦੀ ਪੇਚ ਵਿੱਚ ਰੱਖ ਲਿਆ, ਤੇ ਹੁਣ ਦੋਨੋਂ ਜਣੇ ਸਤਿਗੁਰਾਂ ਦੇ ਦਰਬਾਰ ਵੱਲ ਤੁਰ ਪਏ। ਨਾਲ ਤੁਰੇ ਜਾਂਦੇ ਨੇ ਤੇ ਨਾਲ ਹੈ ਗੁਰੂ ਅਮਰਦਾਸ ਪਾਤਸ਼ਾਹ ਦਾ ਸ਼ਬਦ, ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਬਲ ਪੰਨੇ। ਨਾਲ ਨਾਲ ਤੁਰੇ ਜਾਂਦੇ ਨੇ ਗੁਰੂ ਸਾਹਿਬ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਦਰਬਾਰ ਅੰਮ੍ਰਿਤਸਰ, ਉਸ ਕਾਰ ਸੇਵਾ ਵਿੱਚ ਹਿੱਸਾ ਪਾਉਣ ਵਾਸਤੇ। ਤੇ ਨਾਲ ਨਾਲ ਸਤਿਗੁਰਾਂ ਦੇ ਆ ਸ਼ਬਦ, ਸਤਿਗੁਰਾਂ ਦੀ ਬਾਣੀ ਦੇ ਸ਼ਬਦ ਪੜ੍ਹਦੇ ਜਾਂਦੇ ਹਨ। ਆਓ ਆਪਾਂ ਵੀ ਇੱਕ ਵਾਰ ਇਹਨਾਂ ਤੁਕਾਂ ਨੂੰ ਪੜ੍ਹ ਲਈਏ। ਸੇਵਾ ਕੀਤੀ ਸਫਲ ਹੈ, ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ, ਸਤਿਗੁਰ ਕਾ ਮਨ ਮੰਨੇ, ਜਿਤ ਸਤਿਗੁਰ ਕਾ ਮਨ ਮੰਨੇ, ਸਤਿਗੁਰ ਕਾ ਮਨ ਮੰਨੇ, ਸਾ ਸੇਵਾ ਕੀਤੀ ਸਫਲ ਹੈ, ਸਾ ਸੇਵਾ ਕੀਤੀ ਸਫਲ ਹੈ। ਸਤਨਾਮ ਵਾਹਿਗੁਰੂ, 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 ਵਾਹਿਗੁਰੂ। ਸੇਵਾ ਕੀਤੀ ਸਫਲ ਹੈ, ਸਾ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ, ਸਤਿਗੁਰ ਕਾ ਮਨ ਮੰਨੇ, ਸਤਿਗੁਰ ਕਾ ਮਨ ਮੰਨੇ, ਸਤਿਗੁਰ ਕਾ ਮਨ ਮੰਨੇ, ਸਾ ਸੇਵਾ ਕੀਤੀ ਸਫਲ ਹੈ, ਸਾ ਸੇਵਾ ਕੀਤੀ ਸਫਲ ਹੈ। ਸਤਿਗੁਰਾਂ ਦੇ ਦਰਬਾਰ ਵਿੱਚ ਪਹੁੰਚੇ, ਸੰਗਤਾਂ ਨੂੰ ਤੱਕਿਆ ਕਿ ਸੰਗਤਾਂ ਤਾਂ ਬੜੀ ਪਿਆਰ ਵਿੱਚ ਸੇਵਾ ਕਰ ਰਹੀ, ਸਰੋਵਰ ਦੀ ਕਾਰ ਸੇਵਾ ਹੋ ਰਹੀ ਹੈ। ਗੁਰੂ ਕਾ ਸਿੱਖ ਮਨ ਨੂੰ ਬੜੀ ਖੁਸ਼ੀ, ਮਨਾ ਧੰਨ ਭਾਗ, ਅੱਜ ਹੱਥੀ ਸੇਵਾ ਕਰਾਂਗਾ। ਪਰ ਖਿਆਲ ਆਇਆ ਮਨਾ, ਪਹਿਲਾਂ ਸਤਿਗੁਰਾਂ ਦੇ ਚਰਨਾਂ ਵਿੱਚ ਆਪਣੀ ਭੇਟਾ ਤਰਪਣ ਕਰਾਂ, ਫਿਰ ਆ ਕੇ ਸ਼ਰਧਾ ਭਾਵਨਾ ਨਾਲ ਸੇਵਾ ਕਰਾਂਗੇ। ਸਤਿਗੁਰਾਂ ਦੇ ਦਰਬਾਰ ਵਿੱਚ ਜਦੋਂ ਪਹੁੰਚੇ, ਵੱਡੀ ਲਾਈਨ ਲੱਗੀ ਨਮਸਕਾਰ ਕਰਨ ਦੀ, ਪਰ ਇਹ ਸਿੱਖ ਵੀ ਲਾਈਨ ਵਿੱਚ ਖਲੋ ਗਏ। ਸੰਗਤਾਂ ਜੁੜ ਬੈਠੀਆਂ, ਕੀਰਤਨ ਹੋ ਰਿਹਾ, ਸਾਹਿਬ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਸਿੰਘਾਸਣ ਤੇ ਬੈਠੇ। ਪਰ ਜਦੋਂ ਇਸ ਸਿੱਖ ਦੀ ਵਾਰੀ ਆਈ ਮੱਥਾ ਟੇਕਣ ਦੀ, ਪਰ ਇਸ ਸਿੱਖ ਨੇ ਦੂਰੋਂ ਕੀ ਤੱਕਿਆ ਕਿ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਚਰਨਾਂ ਵਿੱਚ ਤਾਂ ਮਾਇਆ ਦਾ ਢੇਰ ਲੱਗਾ ਹੋਇਆ। ਕੋਈ ਸਿੱਖ ਕਿਤਨੀ ਭੇਟਾ ਅਰਪਣ ਕਰ ਰਿਹਾ ਹੈ, ਕੋਈ ਸਿੱਖ ਕਿਤਨੀ ਭੇਟਾ ਅਰਪਣ ਕਰ ਰਿਹਾ ਹੈ। ਮਨ ਵਿੱਚ ਖਿਆਲ ਆਇਆ, ਮਨਾ ਤੂੰ ਕੌਡੀ ਅਰਪਣ ਕਰੇਗਾ, ਇੱਥੇ ਮਾਇਆ ਦਾ ਢੇਰ ਲੱਗਾ ਹੈ, ਆ ਤੇਰੀ ਕੌਡੀ। ਮਨ ਵਿੱਚ ਖਿਆਲ ਆਇਆ, ਮਨਾ
ਜਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਕਦੇ ਇਕੱਲੇ ਬੈਠੇ ਹੋਣਗੇ ਨਾ, ਫਿਰ ਤੂੰ ਆਪਣੀ ਭੇਟ ਅਰਪਣ ਕਰ ਲਵੀਂ। ਸਤਿਗੁਰੂ ਤੇਰੇ ਬਖਸ਼ਿਸ਼ ਕਰਨਗੇ, ਤੇਰੀਆਂ ਝੋਲੀਆਂ ਭਰ ਦੇਣਗੇ। ਆ ਸਮਾਂ ਨਹੀਂ, ਇੱਥੇ ਮਾਇਆ ਦਾ ਢੇਰ ਤੇਰੀ ਕੌਡੀ ਕਿਹਨੇ ਤੱਕਣੀ। ਮਨ ਵਿੱਚ ਖਿਆਲ ਆ ਗਿਆ, ਅੱਜ ਇਹ ਸਿੱਖ ਦੂਰੋਂ ਹੀ ਨਮਸਕਾਰ ਕਰਕੇ ਲੈਣ ਵਿੱਚੋਂ ਬਾਹਰ ਨਿਕਲ ਗਿਆ ਤੇ ਸੰਗਤ ਦੇ ਪਿੱਛੇ ਜਾ ਕੇ ਨੀਵੀਂ ਪਾ ਕੇ ਬਹਿ ਗਏ। ਕੀਰਤਨ ਸੁਣਨ ਲੱਗ ਪਏ। ਵਕਤ ਹੋ ਗਿਆ ਕੀਰਤਨ ਦੀ ਸਮਾਪਤੀ ਦਾ। ਬਾਬਾ ਬੁੱਢਾ ਜੀ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ, ਪਾਤਸ਼ਾਹ ਆਗਿਆ ਬਖਸ਼ਿਸ਼ ਕਰੋ, ਕੀਰਤਨ ਦੀ ਸਮਾਪਤੀ ਹੋਵੇ, ਅਰਦਾਸ ਕੀਤੀ ਜਾਵੇ। ਸਾਹਿਬ ਕਹਿਣ ਲੱਗੇ, ਬਾਬਾ ਜੀ ਅਜੇ ਮੇਰੇ ਪਿਆਰ ਵਾਲੇ ਗੁਰੂ ਕੇ ਸਿੱਖ ਬੈਠੇ ਹਨ, ਜਿਨ੍ਹਾਂ ਨੇ ਅਜੇ ਭੇਟ ਅਰਪਣ ਕਰਨੀ। ਜਦੋਂ ਗੁਰੂ ਨਾਨਕ ਦੇ ਖਜ਼ਾਨੇ ਵਿੱਚ ਉਹ ਆਪਣੀ ਭੇਟ ਅਰਪਣ ਕਰ ਲੈਣਗੇ ਬਾਬਾ ਜੀ, ਫਿਰ ਅਰਦਾਸ ਕੀਤੀ ਜਾਵੇਗੀ, ਕਿਉਂਕਿ ਭੇਟਾ ਪ੍ਰਵਾਨ ਹੋ ਜਾਵੇ। ਬਾਬਾ ਬੁੱਢਾ ਜੀ ਬੈਠ ਗਏ। ਕੀਰਤਨ ਫਿਰ ਆਰੰਭ ਹੋ ਗਿਆ। ਦੁਪਹਿਰ ਤੋਂ ਵਕਤ ਉੱਪਰ ਲੰਘ ਗਿਆ। ਬਾਬਾ ਬੁੱਢਾ ਜੀ ਨੇ ਫਿਰ ਬੇਨਤੀ ਕੀਤੀ, ਸਤਿਗੁਰੂ ਹੁਣ ਆਗਿਆ ਬਖਸ਼ਿਸ਼ ਕਰੋ। ਸਭਨਾਂ ਨੇ ਆਪੋ ਆਪਣੀ ਭੇਟ ਅਰਪਣ ਕਰ ਲਈ। ਸਭ ਸੰਗਤਾਂ ਪਹੁੰਚ ਚੁੱਕੀਆਂ ਹਨ। ਬਖਸ਼ਿਸ਼ ਕਰੋ, ਅਰਦਾਸ ਕੀਤੀ ਜਾਵੇ ਤਾਂ ਕਿ ਲੰਗਰ ਵਰਤਾਇਆ ਜਾਵੇ। ਸੰਗਤਾਂ ਬੜੀ ਦੂਰੋਂ ਦੂਰੋਂ ਆਈਆਂ। ਸਤਿਗੁਰੂ ਕਹਿਣ ਲੱਗੇ, ਬਾਬਾ ਜੀ ਅਜੇ ਵੀ ਮੇਰੇ ਪਿਆਰ ਵਾਲੇ ਸਿੱਖ ਬੈਠੇ ਹਨ, ਜਿਨ੍ਹਾਂ ਨੇ ਆਪਣੀ ਭੇਟ ਅਰਪਣ ਕਰਨੀ ਹੈ। ਬਾਬਾ ਜੀ ਆਏ ਬੜੇ ਦੂਰੋਂ ਹਨ, ਭਾਵਨਾ ਨਾਲ, ਸ਼ਰਧਾ ਨਾਲ, ਪਰ ਅਜੇ ਭੇਟ ਅਰਪਣ ਨਹੀਂ ਹੋਈ। ਬਾਬਾ ਬੁੱਢਾ ਜੀ ਹੱਥ ਜੋੜ ਕੇ ਸੰਗਤ ਵਿੱਚ ਬੇਨਤੀ ਕਰ ਦਿੱਤੀ, ਗੁਰੂ ਕੀ ਸੰਗਤ, ਜਿਹੜੇ ਸ਼ਰਧਾ ਭਾਵਨਾ ਨਾਲ ਆਪਣੀ ਭੇਟਾ ਗੁਰੂ ਕੇ ਦਰਬਾਰ ਵਿੱਚ ਅਰਪਣ ਕਰਨ ਵਾਸਤੇ ਲਿਆਏ, ਆਪੋ ਆਪਣੀ ਭੇਟ ਅਰਪਣ ਕਰ ਲਓ ਤਾਂ ਕਿ ਅਰਦਾਸ ਕੀਤੀ ਜਾਵੇ, ਲੰਗਰ ਵਰਤਾਇਆ ਜਾਵੇ। ਪਰ ਬਾਬਾ ਜੀ ਦੇ ਬਚਨ ਜਦੋਂ ਸਿੱਖ ਦੇ ਕੰਨਾਂ ਤੱਕ ਪਹੁੰਚੇ ਤੇ ਹੁਣ ਸਿੱਖ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ ਕਿ ਅੱਗੇ ਤੇ ਲੈਣ ਵਿੱਚ ਖਲੋਤਾ ਸਾਂ, ਭੇਟ ਅਰਪਣ ਕਰ ਦਿੰਦਾ, ਕੋਈ ਤੱਕਦਾ ਨਾ ਤੱਕਦਾ। ਹੁਣ ਕੱਲਾ ਪਿੱਛੋਂ ਉੱਠ ਕੇ ਜਾਵਾਂ, ਹੁਣ ਆਪਣੀ ਕੌਡੀ ਮੱਥਾ ਟੇਕਣ ਵਾਸਤੇ ਸੰਗਤਾਂ ਤੱਕਣਗੀਆਂ ਕਿ ਕੌਡੀ ਨੂੰ ਲੁਕਾ ਕੇ ਬੈਠਾ। ਸ਼ਰਮਾ ਗਿਆ ਸਿੱਖ। ਮਨਾ ਹੁਣ ਨਹੀਂ, ਹੁਣ ਹਿੰਮਤ ਵੀ ਨਾ ਪਵੇ। ਬਾਬਾ ਬੁੱਢਾ ਜੀ ਕਹਿਣ ਲੱਗੇ, ਪਾਤਸ਼ਾਹ ਜਿਨ੍ਹਾਂ ਨੇ ਭੇਟ ਅਰਪਣ ਕਰਨੀ ਸੀ, ਸਤਿਗੁਰੂ ਭੇਟ ਅਰਪਣ ਕਰ ਲਈਏ, ਆਪ ਕਿਰਪਾ ਕਰੋ, ਆਗਿਆ ਬਖਸ਼ਿਸ਼ ਕਰੋ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਬਾਬਾ ਬੁੱਢਾ ਜੀ ਅਜੇ ਭੇਟ ਅਰਪਣ ਨਹੀਂ ਹੋਈ। ਬਾਬਾ ਜੀ ਸੰਗਤ ਆਈ ਤੇ ਬੜੀ ਦੂਰੋਂ, ਸਿੱਖ ਆਇਆ ਤਾਂ ਬੜੇ ਪਿਆਰ ਨਾਲ ਹੈ, ਪਰ ਬਾਬਾ ਜੀ ਆ ਮਾਇਆ ਦੇ ਢੇਰ ਨੂੰ ਤੱਕ ਕੇ ਸ਼ਰਮਾ ਗਿਆ, ਭੇਟ ਅਰਪਣ ਨਹੀਂ ਕੀਤੀ। ਸਤਿਗੁਰੂ ਸਾਹਿਬ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਬਾਬਾ ਜੀ ਠੀਕ ਹੈ, ਜੇ ਉਹ ਸਿੱਖ ਨੂੰ ਸ਼ਰਮ ਆਉਂਦੀ ਹੈ ਨਾ ਭੇਟ ਅਰਪਣ ਕਰਨ ਵਾਸਤੇ, ਉਹ ਭੇਟਾ ਗੁਰੂ ਨਾਨਕ ਦੀ ਭੇਟਾ ਲੁਕਾ ਕੇ ਬੈਠਾ ਹੈ ਨਾ, ਤੇ ਬਾਬਾ ਜੀ ਮੈਂ ਗੁਰੂ ਨਾਨਕ ਦੇ ਘਰ ਦਾ ਸੇਵਾਦਾਰ ਹਾਂ, ਮੈਨੂੰ ਕੋਈ ਸ਼ਰਮ ਨਹੀਂ। ਜੇ ਉਹ ਸਿੱਖ ਭੇਟਾ ਅਰਪਣ ਕਰਨ ਲੱਗਿਆ ਸ਼ਰਮਾਉਂਦਾ, ਜੇ ਇੱਥੇ ਆਉਣ ਲੱਗਿਆ ਸ਼ਰਮਾਉਂਦਾ, ਤੇ ਬਾਬਾ ਜੀ ਮੈਂ ਆਪ ਭੇਟਾ ਮੰਗ ਲੈਣਾ, ਆਪ ਆਪਣੀ ਭੇਟਾ ਲੈ ਆਉਣਾ। ਗੁਰੂ ਅਰਜਨ ਦੇਵ ਪਾਤਸ਼ਾਹ ਸਿੰਘਾਸਣ ਤੋਂ ਉੱਠ ਬੈਠੇ। ਅੱਜ ਕਿੱਧਰ ਉਹ ਸਿੱਖ ਦੇ ਕੋਲ, ਸਿੱਖ ਪਿੱਛੇ ਨੀਵੀਂ ਪਾਈ ਬੈਠਾ। ਸਾਹਿਬ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਉਹ ਸਿੱਖ ਦੇ ਕੋਲ ਆ ਖਲੋਤੇ ਤੇ ਕਹਿਣ ਲੱਗੇ, ਉਹ ਸਿੱਖਾ ਲਿਆ ਮੇਰੀ ਭੇਟਾ ਦੇ। ਉਹ ਇਤਨੀ ਦੂਰੋਂ ਆਏ, ਭਾਵਨਾ ਨਾਲ ਆਏ, ਸ਼ਰਧਾ ਨਾਲ ਆਏ। ਉਹ ਸਿੱਖਾ ਆ ਮਾਇਆ ਦਾ ਢੇਰ ਤੱਕ ਕੇ ਸ਼ਰਮਾ ਗਏ, ਉਹ ਨੀਵੀਂ ਪਾ ਲਈ। ਉਹ ਸਿੱਖਾ ਲਿਆ ਮੇਰੀ ਭੇਟਾ ਦੇ, ਇਹ ਗੁਰੂ ਨਾਨਕ ਦੀ ਭੇਟ ਹੈ, ਮੈਨੂੰ ਮੰਗਦਿਆਂ ਸ਼ਰਮ ਨਹੀਂ ਆਉਂਦੀ, ਕਿਉਂਕਿ ਭੇਟਾ ਗੁਰੂ ਨਾਨਕ ਦੀ ਹੈ, ਮੈਂ ਆਪਣੇ ਵਾਸਤੇ ਨਹੀਂ ਮੰਗਦਾ। ਫਿਰ ਤੂੰ ਭਾਵਨਾ ਨਾਲ ਲਿਆਇਆ, ਲਿਆ ਸਿੱਖਾ ਮੇਰੀ ਭੇਟਾ ਦੇ। ਪਰ ਹੁਣ ਸਿੱਖ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ, ਸਰੀਰ ਕੰਬੀ ਜਾਵੇ, ਹੁਣ ਹੌਸਲਾ ਕਿੱਥੇ ਪਵੇ। ਸਾਹਿਬ ਕਹਿਣ ਲੱਗੇ, ਸਿੱਖਾ ਹੁਣ ਤਾਂ ਭੇਟਾ ਦੇ, ਪਰ ਨਹੀਂ ਹੌਸਲਾ ਪਿਆ। ਆਖਰ ਤੀਸਰੀ ਵਾਰ ਸਾਹਿਬ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਅੱਛਾ ਗੁਰਸਿੱਖਾ, ਜੇ ਇਤਨਾ ਵੀ ਹੌਸਲਾ ਨਹੀਂ ਪੈਂਦਾ, ਆਪਣੇ ਹੱਥਾਂ ਨਾਲ ਭੇਟਾ ਨਹੀਂ ਉਹ ਦਿੰਦਾ,
ਤੇ ਫਿਰ ਇਹ ਭੇਟਾ ਤਾਂ ਗੁਰੂ ਨਾਨਕ ਦੀ। ਸਾਹਿਬ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਪਣੇ ਹੱਥਾਂ ਨਾਲ ਜਦੋਂ ਉਸ ਸਿੱਖ ਦੇ ਪੱਗ ਦੇ ਪੇਚ ਵਿੱਚੋਂ ਜਦੋਂ ਉਹ ਕੌਡੀ ਕੱਢੀ ਤੇ ਸਿੱਖ ਤੇ ਪੁੱਬਾ ਮਾਰ ਕੇ ਰੋ ਪਿਆ, ਚਰਨਾਂ ਨਾਲ ਲਿਪਟ ਗਿਆ, ਪਾਤਸ਼ਾਹ ਮੈਂ ਭੁੱਲ ਗਿਆ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਉਹ ਸਿੱਖਾ, ਆ ਤੇਰੀ ਭੇਟਾ ਦੇ ਸਾਹਮਣੇ ਉਹ ਮਾਇਆ ਦਾ ਢੇਰ ਤਾਂ ਤੁਛ ਹੈ। ਉਹ ਸਿੱਖਾ, ਆ ਤੇਰੀ ਭੇਟਾ ਵਿੱਚ ਜੋ ਪਿਆਰ ਹੈ ਨਾ, ਆ ਭੇਟਾ ਹੀ, ਇਹ ਪਿਆਰ ਹੀ ਮੈਨੂੰ ਸਿੰਘਾਸਨ ਤੋਂ ਉਠਾ ਕੇ ਲੈ ਆਇਆ। ਉਹ ਗੁਰਸਿੱਖਾ, ਉਹ ਤੂੰ ਇੰਨੀ ਭਾਵਨਾ ਨਾਲ ਆਇਆ ਤੇ ਗੁਰੂ ਨਾਨਕ ਦਾ ਘਰ ਹੀ ਤਾਂ ਭਾਵਨਾ ਵਾਲਾ ਘਰ ਹੈ। ਤੂੰ ਸੁਣਿਆ ਨਹੀਂ, ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰਾਖੇ, ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਉਹ ਸਿੱਖਾ, ਉਹ ਦਾਨ ਦਿੱਤਾ ਪ੍ਰਵਾਨ ਹੈ ਜਿਹੜਾ ਦਾਨ ਦਿੱਤਿਆਂ ਭਾਵਨਾ ਹੋਵੇ, ਜਿਸ ਭੇਟਾ ਅਰਪਣ ਕੀਤਿਆਂ ਪਿਆਰ ਹੋਵੇ। ਉਹ ਸਿੱਖਾ, ਤੇਰੀ ਕੌਡੀ ਵਿੱਚ ਜੋ ਪਿਆਰ ਹੈ, ਉਹ ਪਿਆਰ ਉਸ ਮਾਇਆ ਦੇ ਢੇਰ ਵਿੱਚ ਨਹੀਂ, ਇਹਦੇ ਵਿੱਚ ਪਿਆਰ ਹੈ, ਕਿਉਂਕਿ ਗੁਰੂ ਨਾਨਕ ਦਾ ਘਰ ਹੀ ਪਿਆਰ ਵਾਲਾ ਘਰ ਹੈ। ਜਿੰਨਾ ਪਿਆਰ ਕੀਤਾ ਝੋਲੀਆਂ ਭਰ ਗਈਆਂ, ਜਿੰਨਾ ਵਪਾਰ ਕੀਤਾ ਇਸ ਘਰੋਂ ਸਖਣੇ ਤੁਰ ਗਏ। ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਗੁਰੂ ਕੇ ਸਿੱਖ ਦੇ ਉੱਪਰ ਮਿਹਰ ਭਰਿਆ ਹੱਥ ਰੱਖਿਆ ਤੇ ਸਾਹਿਬਾਂ ਨੇ ਬਾਂਹ ਤੋਂ ਫੜਿਆ, ਅੱਜ ਸਿੰਘਾਸਣ ਦੇ ਕੋਲ ਲੈ ਆਏ ਤੇ ਨਾਲ ਸਿੱਖ ਨੂੰ ਪਿਆਰ ਵੀ ਕਰੀ ਜਾਂਦੇ ਹਨ ਤੇ ਨਾਲ ਬਚਨ ਵੀ ਕਹਿੰਦੇ ਹਨ। ਉਹ ਗੁਰਸਿੱਖਾ, ਉਹ ਗੁਰੂ ਨਾਨਕ ਤੇਰੇ ਤੇ ਤੁੱਠਾ ਹੈ, ਗੁਰੂ ਨਾਨਕ ਦੇ ਦਰ ਤੇਰੀ ਭੇਟਾ ਪ੍ਰਵਾਨ ਹੈ, ਗੁਰੂ ਨਾਨਕ ਦੇ ਘਰ ਤੇਰੀ ਸੇਵਾ ਸਫਲੀ। ਨਾਲ ਨਾਲ ਬਚਨ ਕਰੀ ਜਾਂਦੇ ਹਨ ਤੇ ਸਿੱਖ ਦੇ ਨੇਤਰਾਂ ਵਿੱਚੋਂ ਜਲ ਵਹੀ ਜਾਂਦਾ ਹੈ ਤੇ ਸਾਹਿਬ ਕਹਿੰਦੇ ਹਨ, ਉਹ ਸਿੱਖਾ, ਆ ਭੇਟਾ ਪ੍ਰਵਾਨ ਹੈ। ਉਹ ਸੇਵਾ ਸਫਲੀ, ਕਿਹੜੀ ਸੇਵਾ? ਜਿਹੜੇ ਉਸ ਮਾਲਕ ਦੇ ਦਰ ਨਿਰਛਤ ਸੇਵਾ ਕੀਤੀ ਜਾਂਦੀ। ਸਾਹਿਬ ਕਹਿਣ ਲੱਗੇ, ਕਰ ਸੇਵਾ ਪਾਰ ਬ੍ਰਹਮ ਗੁਰ ਭੁੱਖ ਰਹੇ ਨਾ ਕਾਏ। ਜਿਹੜੇ ਸੇਵਾ ਕਰ ਲੈਂਦੇ ਹਨ ਉਹਨਾਂ ਦੇ ਨੇੜੇ ਦੁੱਖ ਤਾਂ ਕੀ, ਉਹਨਾਂ ਦੇ ਨੇੜੇ ਭੁੱਖ ਵੀ ਨਹੀਂ ਆਉਂਦਾ। ਖੁਸ਼ੀਆਂ ਤੇ ਖੇੜਾ ਉਹਨਾਂ ਦੇ ਪੈਰ ਚੁੰਮਦਾ। ਕਿਹਨਾਂ ਦੇ? ਜਿਹੜੇ ਨਿਰਛਤ ਸੇਵਾ, ਇੱਛਾ ਧਾਰਨ ਕਰਕੇ ਕੋਈ ਸੇਵਾ ਕਰ ਲਵੇ, ਇੱਛਾ ਵੀ ਪੂਰੀ ਹੋ ਜਾਂਦੀ। ਪਰ ਜਿਹੜੇ ਨਿਰਛਤ ਸੇਵਾ ਕਰ ਲੈਂਦੇ ਹਨ ਉਹਨਾਂ ਨੂੰ ਕਿਹੜੀ ਦਾਤ ਪ੍ਰਾਪਤ ਹੁੰਦੀ? ਸਾਹਿਬ ਕਹਿੰਦੇ ਹਨ, ਮਨ ਵੇਚੈ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਏ ਨਹਿ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਜਿਹੜੇ ਨਿਰਛਤ ਸੇਵਾ ਕਰ ਲੈਂਦੇ ਹਨ ਉਹਨਾਂ ਨੂੰ ਪ੍ਰਾਪਤੀ ਹੁੰਦੀ ਹੈ ਮਾਲਕ ਦੀ ਪ੍ਰਾਪਤੀ। ਤੇ ਜਿਨ੍ਹਾਂ ਨੂੰ ਮਾਲਕ ਦੀ ਪ੍ਰਾਪਤੀ ਹੋ ਜਾਵੇ, ਜਿਨ੍ਹਾਂ ਦੇ ਘਰ ਆਪ ਮਾਲਕ ਆ ਜਾਵੇ, ਫਿਰ ਉਸ ਘਰ ਵਿੱਚ ਤੋੜ ਕਿਸ ਚੀਜ਼ ਦੀ, ਉਸ ਘਰ ਵਿੱਚ ਕਮੀ ਕਿਸ ਚੀਜ਼ ਦੀ? ਖੁਸ਼ੀਆਂ ਤੇ ਖੇੜਾ, ਦੁਨੀਆ ਦੇ ਸੁੱਖ, ਦੁਨੀਆ ਦੀਆਂ ਦਾਤਾਂ ਤਾਂ ਉਹਨਾਂ ਦੇ ਮਗਰ ਮਗਰ ਫਿਰਦੀਆਂ ਜਿਨ੍ਹਾਂ ਦੇ ਘਰ ਮਾਲਕ ਆ ਜਾਂਦਾ। ਤੇ ਜਿਹੜੇ ਇੱਛਾ ਧਾਰਨ ਕਰਕੇ ਸੇਵਾ ਕਰਦੇ, ਇੱਛਾ ਤਾਂ ਉਹਨਾਂ ਦੀ ਵੀ ਪੂਰੀ ਹੋ ਜਾਂਦੀ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਮਾਲਕ ਤੇ ਉਹਨਾਂ ਦੇ ਵੀ ਝੋਲੀ ਭਰ ਦਿੰਦਾ। ਪਰ ਜਿਹੜੇ ਨਿਰਛਤ ਸੇਵਾ ਕਰ ਲੈਂਦੇ ਹਨ, ਸਾਹਿਬ ਕਹਿੰਦੇ ਹਨ, ਉਹਨਾਂ ਦੀ ਸੇਵਾ ਪ੍ਰਵਾਨ ਹੋ ਜਾਂਦੀ ਹੈ, ਉਹਨਾਂ ਦੀ ਸੇਵਾ ਸਫਲੀ ਹੋ ਜਾਂਦੀ ਹੈ। ਜੋ ਸਾਹਿਬ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਆਪਣੀ ਬਾਣੀ ਵਿੱਚ ਬਚਨ ਕਰ ਰਹੇ ਹਨ, ਭੁੱਖ ਰਹੇ ਨਾ ਕਾਈ, ਭੁੱਖ ਰਹੇ ਨਾ ਕਾਈ, ਭੁੱਖ ਰਹੇ ਨਾ ਕਾਈ, ਭੁੱਖ ਰਹੇ ਨਾ ਕਾਈ। ਕਰ ਸੇਵਾ ਪਾਰ ਬ੍ਰਹਮ ਗੁਰ, ਭੁੱਖ ਰਹੇ ਨਾ ਕਾਈ। ਕਰ ਸੇਵਾ ਪਾਰ ਬ੍ਰਹਮ ਗੁਰ, ਭੁੱਖ ਰਹੇ ਨਾ ਕਾਈ, ਭੁੱਖ ਰਹੇ ਨਾ ਕਾਈ, ਭੁੱਖ ਰਹੇ ਨਾ ਕਾਈ, ਭੁੱਖ ਰਹੇ ਨਾ ਕਾਈ, ਭੁੱਖ ਰਹੇ ਨਾ ਕਾਈ। ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਬਾਈ।
ਮਿਲ ਪੀਵੋ ਬਾਈ, ਜਿਸ ਸਿਮਰਤ ਸੁਖ ਪਾਈਏ, ਸਭ ਤਿੱਖਾ 부ਝਾਈ, ਸਭ ਤ੍ਰਿਖਾ 부ਝਾਈ, ਭੁੱਖ ਰਹੇ ਨ ਕਾਈ, ਭੁੱਖ ਰਹੇ ਨ ਕਾਈ, ਭੁੱਖ ਰਹੇ ਨ ਕਾਈ, ਭੁੱਖ ਰਹੇ ਨ ਕਾਈ। ਕਰ ਸੇਵਾ ਪਾਰ ਬ੍ਰਹਮ ਗੁਰ, ਭੁੱਖ ਰਹੇ ਨ ਕਾਈ। ਕਰ ਸੇਵਾ ਪਾਰ ਬ੍ਰਹਮ ਗੁਰ, ਭੁੱਖ ਰਹੇ ਨ ਕਾਈ, ਭੁੱਖ ਰਹੇ ਨ ਕਾਈ, ਭੁੱਖ ਰਹੇ ਨ ਕਾਈ, ਭੁੱਖ ਰਹੇ ਨ ਕਾਈ, ਭੁੱਖ ਰਹੇ ਨ ਕਾਈ। ਸਗਲ ਮਨੋਰਥ ਪੁੰਨਿਆ, ਅਮਰਾ ਪਦ ਪਾਈ, ਸਗਲ ਮਨੋਰਥ ਪੁੰਨਿਆ, ਅਮਰਾ ਪਦ ਪਾਈ। ਤੁਧ ਜੇਵਟ ਤੂੰ ਹੈ ਪਾਰ ਬ੍ਰਹਮ, ਨਾਨਕ ਸਰਣਾਈ, ਨਾਨਕ ਸਰਣਾਈ, ਭੁੱਖ ਰਹੇ ਨ ਕਾਈ, ਭੁੱਖ ਰਹੇ ਨ ਕਾਈ, ਭੁੱਖ ਰਹੇ ਨ ਕਾਈ, ਭੁੱਖ ਰਹੇ ਨ ਕਾਈ। ਕਰ ਸੇਵਾ ਪਾਰ ਬ੍ਰਹਮ ਗੁਰ, ਭੁੱਖ ਰਹੇ ਨ ਕਾਈ। ਕਰ ਸੇਵਾ ਪਾਰ ਬ੍ਰਹਮ ਗੁਰ, ਭੁੱਖ ਰਹੇ ਨ ਕਾਈ, 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 ਭੁੱਖ ਰਹੇ ਨ ਕਾਈ। ਕਰ ਸੇਵਾ ਪਾਰ ਬ੍ਰਹਮ ਗੁਰ, ਭੁੱਖ ਰਹੇ ਨਾ ਕਾਈ। ਸਾਹਿਬ ਕਹਿੰਦੇ ਨੇ ਗੁਰੂ ਕੇ ਸਿੱਖਾ, ਜਦੋਂ ਤੂੰ ਉਸ ਮਾਲਕ ਦੇ ਘਰ ਵਿੱਚ ਸ਼ਰਧਾ ਤੇ ਭਾਵਨਾ ਨਾਲ ਸੇਵਾ ਕਰੇਂਗਾ, ਫਿਰ ਤੇਰੇ ਨੇੜੇ ਕੋਈ ਭੁੱਖ ਨਹੀਂ ਆਵੇਗੀ। ਖੁਸ਼ੀਆਂ ਤੇ ਖੇੜਾ ਤੇਰੇ ਪੈਰ ਚੁੰਮੇਗਾ, ਤੇਰੀ ਸੇਵਾ ਉਸੇ ਦਿਨ ਪ੍ਰਵਾਨ ਹੋ ਜਾਵੇਗੀ। ਆ ਕਈ ਵਾਰ ਜੀਵ ਕੰਮ ਕਰ ਤੇ ਜਾਂਦਾ ਨਾ, ਤੇ ਕੋਈ ਕੰਮ ਨਾ ਬਣੇ ਤੇ ਕਹਿੰਦਾ ਅੱਜ ਪਤਾ ਨਹੀਂ ਕੌਣ ਮੱਥੇ ਲੱਗਿਆ, ਕੰਮ ਨਹੀਂ ਬਣਿਆ। ਤੇ ਕਈ ਵਾਰ ਕੰਮ ਜਾਂਦਿਆਂ ਬਣ ਜਾਵੇ ਤੇ ਕਹਿੰਦਾ ਅੱਜ ਪਤਾ ਨਹੀਂ ਕੌਣ ਮੱਥੇ ਲੱਗਿਆ, ਅੱਜ ਜਿੱਧਰ ਵੀ ਜਾਣਾ ਖੁਸ਼ੀਆਂ ਤੇ ਖੇੜਾ ਰਾਹ ਚੁੰਮਦਾ। ਪਰ ਉਹ ਸਿੱਖਾ, ਆ ਦੁਨੀਆ ਦੇ ਲੋਕਾਂ ਦੇ ਮੱਥੇ ਲੱਗਣੇ ਨਾਲ ਨਾ ਕੰਮ ਬਣਦਾ ਤੇ ਨਾ ਕੰਮ ਵਿਗੜਦਾ। ਬਸ ਉਸੇ ਦਿਨ ਹੀ ਤੇਰੀ ਸੇਵਾ ਪ੍ਰਵਾਨ ਹੋ ਜਾਂਦੀ ਹੈ, ਜਿਸ ਦਿਨ ਖੁਸ਼ੀਆਂ ਤੇ ਖੇੜਾ ਤੇਰੇ ਰਾਹ ਚੁੰਮਦਾ ਨਾ, ਤੇਰਾ ਕੰਮ ਬਣ ਜਾਂਦਾ ਨਾ, ਸਮਝ ਲੈ ਕਿ ਅੱਜ ਮੇਰੀ ਸੇਵਾ ਪ੍ਰਵਾਨ ਹੋ ਗਈ ਹੈ, ਅੱਜ ਮੇਰੀ ਸੇਵਾ ਸਫਲੀ ਹੋ ਗਈ ਹੈ, ਅੱਜ ਮੈਂ ਗੁਰੂ ਦੇ ਦੀਦਾਰ ਕਰਕੇ ਆਇਆ, ਜਿੱਧਰ ਜਾਣਾ ਖੁਸ਼ੀਆਂ ਤੇ ਖੇੜਾ ਮੇਰੇ ਰਾਹ ਚੁੰਮਦਾ। ਤੇ ਜਿਸ ਦਿਨ ਗੁਰੂ ਦੇ ਦਰ ਤੋਂ ਵਾਂਝਾ ਤੁਰ ਜਾਂਦਾ ਨਾ, ਗੁਰੂ ਨੂੰ ਸਿਰ ਨਹੀਂ ਝੁਕਾਉਂਦਾ, ਘਰੋਂ ਤੁਰਦਾ ਗੁਰੂ ਦਾ ਧੰਨਵਾਦ ਨਹੀਂ ਕਰਦਾ, ਬਸ ਉਸੇ ਦਿਨ ਹੀ ਕੰਮ ਨਹੀਂ ਬਣਦਾ। ਤੇ ਸਮਝ ਲਵੀਂ ਕਿ ਅੱਜ
ਮੇਰੇ ਤੇ ਰੱਬ ਰੁੱਠ ਗਿਆ। ਅੱਜ ਰੱਬ ਰੁੱਠਾ ਹੈ, ਤੇ ਜਦੋਂ ਰੱਬ ਟੁੱਟਾ ਉਦੋਂ ਖੁਸ਼ੀਆਂ ਤੇ ਖੇੜ ਹੈ। ਰੱਬ ਰੁੱਠੇ ਦੀ ਇਹ ਨਿਸ਼ਾਨੀ ਸਾਕਤ ਪੁਰਸ਼ ਮੱਥੇ ਲੱਗ ਜਾਵੇ, ਤੇ ਰੱਬ ਟੁੱਟੇ ਦੀ ਇਹ ਨਿਸ਼ਾਨੀ ਸੰਤਾਂ ਸੰਗ ਵਿਹਾਵੇ। ਜਿਸ ਦਿਨ ਸਤ ਸੰਗਤ ਪ੍ਰਾਪਤ ਹੋ ਜਾਵੇ, ਤੈਨੂੰ ਸੇਵਾ ਦਾ ਸੁਭਾਗ ਪ੍ਰਾਪਤ ਹੋ ਜਾਵੇ, ਸਮਝ ਲਵੀਂ ਅੱਜ ਰੱਬ ਟੁੱਟਾ ਹੈ। ਤੇ ਜਿਸ ਦਿਨ ਸਾਕਤ ਪੁਰਸ਼ ਮਿਲ ਜਾਵੇ, ਗੁਰੂ ਘਰ ਜਾਂਦਿਆਂ ਵੀ ਰਾਹ ਵਿੱਚ ਮੋੜ ਕੇ ਲੈ ਜਾਵੇ, ਤੇ ਸਮਝ ਲਵੀਂ ਅੱਜ ਰੱਬ ਰੁੱਠ ਗਿਆ। ਕੋਈ ਦੁਨੀਆ ਦਾ ਮਨੁੱਖ ਮੱਥੇ ਨਹੀਂ, ਅੱਜ ਰੱਬ ਮੇਰੇ ਤੋਂ ਰੁੱਠ ਗਿਆ। ਆਹੋ ਭਾਈ, ਬਸ ਸੇਵਾ ਸਾਹਿਬ ਕਹਿੰਦੇ ਹਨ, ਭਾਵੇਂ ਅੱਜ ਬੀਜ ਬੋ ਜਾ, ਸਮਾਂ ਲੱਗ ਸਕਦਾ ਹੈ, ਪਰ ਕਿਸੇ ਦਿਨ ਪ੍ਰਫੁੱਲਤ ਹੋ ਜਾਂਦੇ। ਕਈ ਵਾਰ ਜੀਵ ਸੋਚਦਾ ਹੈ ਨਾ, ਅੱਜ ਪਤਾ ਨਹੀਂ ਕੰਮ ਬਣ ਗਿਆ, ਇਸੇ ਵਾਸਤੇ ਬਣ ਜਾਂਦਾ। ਕੋਈ ਪਿਛਲਾ ਬੀਜਿਆ ਅੱਗੇ ਆ ਜਾਂਦਾ, ਕੋਈ ਤੇਰੀ ਸੇਵਾ ਕੀਤੀ ਸਫਲੀ ਹੋ ਜਾਂਦੀ ਹੈ, ਕਿਉਂਕਿ ਘਰ ਗੁਰੂ ਨਾਨਕ ਦਾ, ਇਸ ਘਰ ਵਿੱਚ ਸੇਵਾ ਕੀਤੀ ਕਦੇ ਵਿਅਰਥ ਨਹੀਂ ਜਾਂਦੀ। ਪਰ ਜਿਹੜੇ ਸ਼ਰਧਾ ਭਾਵਨਾ ਨਾਲ ਕਰ ਲੈਂਦੇ ਹਨ, ਆਓ ਸਮਾਂ ਹੋ ਰਿਹਾ ਹੈ ਜਿੱਥੇ ਆਪ ਸੰਗਤਾਂ ਸੇਵਾ ਸਿਮਰਨ ਵਿੱਚ ਜੁੜੇ ਹੋ। ਉੱਥੇ ਪਰਿਵਾਰ ਵੀ, ਸਰਦਾਰ ਗੁਰਦਿਆਲ ਸਿੰਘ ਜੀ ਦਾ ਪਰਿਵਾਰ 3 ਦਿਨ ਸੇਵਾ ਵਿੱਚ, ਜਿੱਥੇ ਭਾਵੇਂ ਬੱਚੇ ਦਾ ਜਨਮ ਦਿਨ ਮਨਾਇਆ, ਪਰ ਗੁਰੂ ਆਸ਼ੇ ਅਨੁਸਾਰ ਸਤਿਗੁਰਾਂ ਦੀ ਬਖਸ਼ਿਸ਼ ਹਾਸਲ ਕਰਕੇ ਆਓ ਜਕਾਰੇ ਦਾ ਸ਼ਬਦ ਪੜ੍ਹ ਲਈਏ, ਉਪਰੰਤ ਕੀਰਤਨ ਦੀ ਸਮਾਪਤੀ। ਫਿਰ ਕਿਤੇ ਨਦੀ ਨਾਮ ਸੰਜੋਗੀ ਮੇਲੇ ਹੋਏ, ਆਪ ਸੰਗਤਾਂ ਦੀ ਸੇਵਾ ਕਰਾਂਗੇ। ਆਓ ਕੋਈ ਰਸਨਾ ਵਾਂਝੀ ਨਾ ਰਵੇ, ਜਕਾਰੇ ਦਾ ਸ਼ਬਦ, ਆਖਰੀ ਸ਼ਬਦ ਸਾਰੇ ਮਿਲ ਕੇ ਪੜ੍ਹ ਲਈਏ। ਦੇਹ ਸ਼ਿਵਾਵਰ ਮੋਹਿ ਇਹ ਹੈ ਸ਼ੁਭ ਕਰ ਮਨ ਤੇ ਕਬਹੂ ਨਾ ਡਰੋ, ਸ਼ੁਭ ਕਰ ਮਨ ਤੇ ਕਬਹੂ ਨਾ ਡਰੋ, ਨਾ ਡਰੋ ਅਰਸ਼ੋਂ ਜਬ ਜਾਏ ਲਰੋ, ਨਿਸਚੇ ਕਰ ਆਪਣੀ ਜੀਤ ਕਰੋ, ਨਿਸਚੇ ਕਰ ਆਪਣੀ ਜੀਤ ਕਰੋ, ਅਰ ਸਿੱਖ ਹੂੰ ਆਪਣੇ ਹੀ ਮਨ ਕੋ, ਇਹ ਲਾਲਚ ਹੋ ਗੁਣ ਤੋ ਚਰੋ, ਇਹ ਲਾਲਚ ਹੋ ਗੁਣ ਤੋ ਉਚਰੋ, ਜਬ ਆਵ ਕੀ ਔਦ ਨਿਦਾਨ ਬਨੇ, ਹੱਥ ਹੀ ਰਣ ਮੈਂ ਤਬ ਜੂਝ ਮਰੋ, ਹੱਥ ਹੀ ਰਣ ਮੈਂ ਤਬ ਜੂਝ ਮਰੋ, ਬੋਲੇ ਸੋਨੇਹਾ ਮੋਹਿ ਹੈ ਸ਼ੁਭ ਕਰ ਮਨ ਤੇ ਕਬਹੂ ਨਾ ਟਰੋ, ਸ਼ੁਭ ਕਰ ਮਨ ਤੇ ਕਬਹੂ ਨਾ ਟਰੋ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਖਾਓ, ਨਿਸ਼ਾਨੇ ਖਾਓ, ਖੇਤ ਜੋ ਮਾਂਡਿਓ ਸੂरमा अब जूझन को दाओ, सूरा सो पहचानिए जो लरे दीन के है, दीन के है, पुरजा पुरजा कट मरे कबू न छाड़े खे, कबू न छाड़े खे, बोले मोहे है शुभ कर मन ते कब हो ना टरो, शुभ कर मन ते कब हो ना टरो, शुभ कर मन ते कब हो ना टरो। इतनी सेवा
ਪ੍ਰਵਾਨ ਕਰਨਾ। ਦਾਸ ਜਿੱਥੇ ਸਤਿਗੁਰਾਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਕਰਦਾ ਹੈ। ਇਸ ਗੁਰੂ ਘਰ ਦੇ ਸਮੂਹ ਸੰਗਤ ਦਾ ਅਤੀ ਧੰਨਵਾਦ ਜਿਨ੍ਹਾਂ ਪਿਆਰ ਬਖਸ਼ਿਆ। ਇਸ ਗੁਰੂ ਘਰ ਦੇ ਸਮੂਹ ਪ੍ਰਬੰਧਕ ਸੱਜਣਾ ਦਾ ਜਿਨ੍ਹਾਂ ਪਿਆਰ ਦੁਆਰਾ ਯਾਦ ਕੀਤਾ, ਹਾਜ਼ਰੀਆਂ ਭਰੀਆਂ। ਜਿੱਥੇ ਸਭਨਾਂ ਦਾ ਧੰਨਵਾਦ, ਉੱਥੇ ਮਾਨਯੋਗ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਤਿੰਨਾਂ ਦੇ ਸਮੂਹ ਜਥੇ ਦਾ ਦਾਸ ਧੰਨਵਾਦ ਕਰਦਾ ਹੈ। ਔਰ ਜਿੱਥੇ ਸਭਨਾਂ ਦਾ ਧੰਨਵਾਦ ਕਰਦਾ ਹੈ, ਉੱਥੇ ਖਾਸ ਕਰਕੇ ਵੀਰ ਹਰਿੰਦਰ ਸਿੰਘ ਜੀ ਜਿਨ੍ਹਾਂ ਨੇ ਬਹੁਤ ਪਿਆਰ ਬਖਸ਼ਿਆ। ਸਤਿਗੁਰ ਬਖਸ਼ਿਸ਼ ਕਰੇ, ਖੁਸ਼ੀਆਂ ਖੇੜਾ ਬਖਸ਼ਿਸ਼ ਕਰੇ, ਪਰਿਵਾਰ ਵਿੱਚ ਸਤਿਗੁਰੂ ਰਹਿਮਤ ਕਰੇ। ਆਓ ਫਿਰ ਖਾਸ ਕਰਕੇ ਸੈਕਟਰੀ ਸਾਹਿਬ ਜਿਨ੍ਹਾਂ ਨੇ 7 ਦਿਨ ਪਿਆਰ ਬਖਸ਼ਿਆ, ਸ਼ਾਹ ਮਹਿੰਦਰ ਸਿੰਘ ਜੀ ਪ੍ਰਧਾਨ ਸਾਹਿਬ, ਹੋਰ ਸਮੂਹ ਮੈਂਬਰ